ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਗਰਮੀ ਕਾਫੀ ਸੀ। ਵੱਧ ਤੋਂ ਵੱਧ ਤਾਪਮਾਨ 28 ਤੋਂ ਲੈ ਕੇ 30 ਡਿਗਰੀ ਤੱਕ ਦਰਜ ਕੀਤਾ ਗਿਆ ਤੇ ਘੱਟ ਤੋਂ ਘੱਟ ਤਾਪਮਾਨ ਹੈ ਜਿਹੜਾ ਉਹ 11 ਤੋਂ ਲੈ ਕੇ 13 ਡਿਗਰੀ ਤੱਕ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਸਥਿਰ ਰਹਿਣਾ, ਯਾਨੀ ਕਿ ਮੀਂਹ, ਹਨੇਰੀ, ਝੱਖੜ, ਝੁੱਲੇ, ਬੱਦਲਵਾਈ ਦੀ ਕੋਈ ਸੰਭਾਵਨਾ ਨਹੀਂ ਦੱਸੀ ਗਈ ਹਾਲ ਦੀ ਘੜੀ। ਬਾਕੀ ਮੌਕੇ ਦੇ ਮੁਤਾਬਕ ਕੀ ਸਾਬਤ ਹੋਵੇ, ਕੀ ਬਣ ਜਾਵੇ, ਕੁਝ ਕਹਿ ਨਹੀਂ ਸਕਦੇ। ਪਰ ਦਿੱਲੀ ਦੇ ਬਾਰਡਰਾਂ ਦੇ ਉੱਤੇ ਵੀ ਗਰਮੀ ਖਾਸੀ ਹੈ, ਹਰਿਆਣੇ ਦੇ ਵਿੱਚ ਵੀ ਗਰਮੀ ਲਗਾਤਾਰ ਵੱਧ ਰਹੀ ਹੈ ਤੇ ਪੰਜਾਬ ਦੇ ਵਿੱਚ ਕਿਉਂਕਿ ਕਣਕ ਪੱਕਣ ਦਾ ਸਮਾਂ ਆ ਚੁੱਕਿਆ ਤੇ ਉੱਤੇ ਆਪਾਂ ਜਾਣਦੇ ਪਿਛਲੇ ਦਿਨੀ ਮੀਂਹ ਬੜਾ ਪਿਆ ਤੇ ਬੜੀ ਉੱਤੇ ਹਨੇਰੀ ਚੱਲੀ ਹੈ, ਜਿਹਦੇ ਕਰਕੇ ਕਿਸਾਨੀ ਦਾ ਨੁਕਸਾਨ ਹੋਇਆ। ਇਸ ਨੁਕਸਾਨ ਦੀ ਭਰਪਾਈ ਸਰਕਾਰ ਨੇ ਸ਼ਾਇਦ ਕਰਨੀ ਵੀ ਨਹੀਂ, ਕਿਉਂਕਿ ਹੁਣ ਤੱਕ ਜਿਹੜੇ ਨੁਕਸਾਨ ਹੋਏ ਆ ਉਹਦੀ ਕਿਹੜਾ ਕਦੇ ਭਰਪਾਈ ਹੋਈ ਹੈ। ਪਰ ਕਿਸਾਨਾਂ ਦੀ ਮੰਗ ਇਹ ਆ ਕਿ ਸਾਡੀ ਭਰਪਾਈ ਕੀਤੀ ਜਾਵੇ ਤੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਅਸੀਂ ਚਾਹੁੰਦੇ ਕਿ ਦਿੱਤਾ ਵੀ ਜਾਣਾ ਚਾਹੀਦਾ, ਕਿਉਂਕਿ ਕਿਸਾਨ ਇਸ ਵਕਤ ਕੇਂਦਰ ਦਾ ਵੀ ਮਾਂਜਿਆ ਪਿਆ। ਕਿਸਾਨ ਇਸ ਵਕਤ ਸੂਬੇ ਦੀ ਸਰਕਾਰ ਵੱਲੋਂ ਵੀ ਸਮੇਂ-ਸਮੇਂ 'ਤੇ ਤੋੜਿਆ ਗਿਆ, ਕੁਦਰਤ ਦੀ ਮਾਰ ਦੇ ਕਰਕੇ ਵੀ ਟੁੱਟਿਆ ਪਿਆ, ਸ਼ਾਹੂਕਾਰਾਂ ਦੇ ਕਰਜ਼ੇ ਦੇ ਕਰਕੇ ਵੀ ਟੁੱਟਿਆ ਪਿਆ। ਇਸ ਕਰਕੇ ਕਿਸਾਨ ਦੀ ਸੱਚੇ ਦਿਲੋਂ ਬਾਂਹ ਫੜਨ ਦੀ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਆਪਣੀ ਪਾਰਟੀ ਦੇ ਮੈਂਬਰ ਪਾਰਲੀਮੈਂਟਾਂ ਦੇ ਨਾਲ ਕੀਤੀ ਗਈ ਮੀਟਿੰਗ ਨਾਲ ਜੁੜੀ ਹੋਈ ਹੈ। ਪ੍ਰਧਾਨ ਮੰਤਰੀ ਸਾਹਿਬ ਇਸ ਗੱਲ ਨੂੰ ਮੰਨ ਕੇ ਰਾਜ਼ੀ ਨਹੀਂ ਕਿ ਖੇਤੀ ਕਾਨੂੰਨਾਂ ਵਿੱਚ ਕੁਝ ਨੁਕਸ ਹੈ। 4 ਮਹੀਨੇ ਹੋ ਚੱਲੇ ਆ ਇਸ ਵਕਤ ਕਿਸਾਨ ਅੰਦੋਲਨ ਚੱਲਦੇ ਆ। ਹੁਣ ਤੋਂ ਕੁਝ ਘੰਟਿਆਂ ਬਾਅਦ 4 ਮਹੀਨੇ ਯਾਨੀ ਕਿ 26 ਮਾਰਚ ਨੂੰ 4 ਮਹੀਨੇ ਪੂਰੇ ਹੋ ਜਾਣੇ ਆ। 120 ਦਿਨ ਥੋੜ੍ਹੇ ਨਹੀਂ ਹੁੰਦੇ। ਪਰ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਆ ਕਿ ਕਾਨੂੰਨ ਬਹੁਤ ਵਧੀਆ ਹਨ, ਇਹਨਾਂ ਕਾਨੂੰਨਾਂ ਨੂੰ ਬਹੁਤ ਸੋਚ ਸਮਝ ਕੇ ਲਿਆਂਦਾ ਗਿਆ। ਇਹਦੇ ਨਾਲ ਕਿਸਾਨੀ ਦਾ ਪੱਧਰ ਬਹੁਤ ਉੱਚਾ ਹੋਣਾ, ਇਹਦੇ ਨਾਲ ਆਮਦਨ ਦੁੱਗਣੀ ਚੌਗਣੀ ਹੋ ਜਾਣੀ ਆ। ਇਹ ਜਿਹੜੇ ਵਿਰੋਧੀ ਆ ਉਹਨਾਂ ਦੇ ਵੱਲੋਂ ਜਾਣਬੁੱਝ ਕੇ ਗੁੰਮਰਾਹ ਕੀਤੇ ਗਏ ਆ ਭੋਲੇ ਭਾਲੇ ਕਿਸਾਨ। ਉਹਨਾਂ ਨੇ ਹੁਣ ਵੀ ਇਹ ਗੱਲ ਕਹੀ ਹੈ ਵੀ ਅਸੀਂ ਤਾਂ ਬਹੁਤ ਕੁਝ ਸੋਚ ਕੇ ਲਿਆਂਦੇ ਆ ਤੇ ਜਿਹੜੇ ਅੱਜ ਇਸ ਵਕਤ ਇਹਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਆ, ਕਿਸੇ ਦਿਨ ਉਹੀ ਸਿਫਤਾਂ ਦੇ ਪੁਲ ਬੰਨਣਗੇ, ਉਹੀ ਇਹ ਗੱਲ ਕਹਿਣਗੇ ਵੀ ਖੇਤੀ ਕਾਨੂੰਨ ਕਮਾਲ ਦੇ ਆ, ਇਹ ਪਹਿਲਾਂ ਕਿਉਂ ਨਾ ਆਏ। ਸੋ ਪ੍ਰਧਾਨ ਮੰਤਰੀ ਸਾਹਿਬ ਹਾਲੇ ਵੀ ਓਵਰ ਕੌਨਫੀਡੈਂਸ ਦੇ ਵਿੱਚ ਜਾਂਦਾ ਤੇ ਜਾਂ ਉਹਨਾਂ ਨੂੰ ਇਹ ਜਾਪਦਾ ਜੀ ਕਿ ਇੱਕ ਨਾ ਇੱਕ ਦਿਨ ਸਾਡੇ ਹੱਕ ਦੇ ਵਿੱਚ ਗੱਲ ਭੁਗਤੀ ਜਾਣੀ ਆ, ਜਾਂ ਉਹਨਾਂ ਨੂੰ ਇਹ ਜਾਪਦਾ ਜੀ ਕਿ ਜੇਕਰ ਵਿਰੋਧ ਕਰ ਰਹੇ ਆ ਤਾਂ ਫਿਰ ਆਪਣਾ ਕੀ ਜਾਂਦਾ। ਪਤਾ ਨਹੀਂ ਉਹਨਾਂ ਦੇ ਮਨ ਦੇ ਵਿੱਚ ਕੀ ਕੁਝ ਚੱਲ ਰਿਹਾ ਹੋਊਗਾ ਇਸ ਵੇਲੇ, ਪਰ ਉਹ ਹਾਲੇ ਵੀ ਖੇਤੀ ਕਾਨੂੰਨ ਦੇ ਹੱਕ ਦੇ ਵਿੱਚ ਹੈ। ਮੇਰੇ ਮਨ ਦੇ ਵਿੱਚ ਇੱਕ ਹੋਰ ਗੱਲ ਆ ਰਹੀ ਹੈ ਵੀ ਜੇਕਰ ਇਹ ਖੇਤੀ ਕਾਨੂੰਨ ਇੰਨੇ ਕਮਾਲ ਦੇ ਆ, ਇਹ ਇੰਨੇ ਚੰਗੇ ਆ, ਇਹਨਾਂ ਦਾ ਜ਼ਿਕਰ ਵਾਰ-ਵਾਰ ਕਰ ਰਹੇ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਤੇ ਬਾਕੀ ਬੀਜੇਪੀ ਦੀ ਲੀਡਰਸ਼ਿਪ, ਤਾਂ ਜਿਹੜੇ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ, ਇਹਨਾਂ ਦੇ ਵਿੱਚੋਂ ਕਿਸੇ ਇੱਕ ਸੂਬੇ ਦੇ ਵਿੱਚ ਵੋਟਾਂ ਇਹਨਾਂ ਖੇਤੀ ਕਾਨੂੰਨਾਂ ਦੇ ਨਾਂ ਦੇ ਉੱਤੇ ਕਿਉਂ ਨਹੀਂ ਮੰਗੀਆਂ ਜਾ ਰਹੀਆਂ। ਜੇ ਇਹ ਕਾਨੂੰਨ ਇੰਨੇ ਫਾਇਦੇਮੰਦ ਆ ਕਿਸਾਨੀ ਵਾਸਤੇ, ਫਿਰ ਇਹ ਗੱਲ ਕਹਿਣੀ ਚਾਹੀਦੀ ਹੈ ਜੀ ਕਿ ਅਸੀਂ ਜਿਵੇਂ ਖੇਤੀ ਕਾਨੂੰਨ ਲੈ ਕੇ ਆਏ ਆ, ਬਾਕਮਾਲ ਇਹ ਕਾਨੂੰਨ ਆ, ਇੱਦਾਂ ਦੇ ਹੋਰ ਵੀ ਬੜੇ ਕਾਨੂੰਨ ਲੈ ਕੇ ਆਵਾਂਗੇ ਤੇ ਫਿਰ ਲੋਕ ਆਪੇ ਫੈਸਲਾ ਕਰ ਲੈਣਗੇ ਵੀ ਅਸੀਂ ਵੋਟ ਪਾਉਣੀ ਹੈ ਕਿ ਨਹੀਂ ਪਾਉਣੀ। ਉਸ ਤੋਂ ਅਗਲੀ ਗੱਲ ਇਹ ਹੈਗੀ ਆ ਵੀ ਲਗਾਤਾਰ ਇਸ ਮਾਮਲੇ ਨੂੰ ਗੁੰਝਲਦਾਰ ਕੀਤਾ ਜਾ ਰਿਹਾ, ਲਗਾਤਾਰ ਇਗਨੋਰ ਕਰਕੇ ਕਿਸਾਨਾਂ ਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਤੁਸੀਂ ਬੈਠੇ ਰਹੋ, ਸਾਨੂੰ ਕੋਈ ਫਰਕ ਨਹੀਂ ਜੇ ਪੈਂਦਾ। ਪਰ ਧੰਨ ਆ ਉਹ ਕਿਸਾਨ, ਉਹ ਸਿਰੜੀ ਕਿਸਾਨ ਜਿਹੜੇ ਕਿ ਹਾਲੇ ਤੱਕ ਬਾਰਡਰਾਂ ਦੇ ਉੱਤੇ ਬੈਠੇ ਆ। ਕਿਸੇ ਹੋਰ ਨੂੰ ਕਿਹਾ ਹੋਵੇ ਵੀ 4 ਘੰਟੇ ਬਹਿਣਾ, ਬੰਦਾ ਕਹਿ ਦਿੰਦਾ ਵੀ ਨਹੀਂ ਹੁਣ ਮੈਂ ਜਾਣਾ, ਮੈਂ ਆਪਦੀ ਦੁਕਾਨ ਦਾ ਸ਼ਟਰ ਚੁੱਕਣਾ, ਮੈਨੂੰ ਹੋਰ ਬਹੁਤ ਸਾਰੇ ਕੰਮ ਆ, ਮੇਰਾ ਕਾਰੋਬਾਰ ਪ੍ਰਭਾਵਿਤ ਹੁੰਦਾ। ਪਰ ਇਹ ਕਿਸਾਨ ਹੀ ਆ, ਇਹਨਾਂ ਵਰਗਾ ਸਿਰੜ ਕਦੇ ਦੇਖਿਆ ਨਹੀਂ ਕਿਸੇ ਦੇ ਵਿੱਚ। ਇਹ ਅਸਲ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਅਸਲ ਵਾਰਸ ਆ, ਇਹ ਰਾਜਗੁਰੂ ਤੇ ਸੁਖਦੇਵ ਦੇ ਤੇ ਬਾਕੀ ਸ਼ਹੀਦਾਂ ਦੇ ਅਸਲ ਵਾਰਸ ਆ। ਇਹ ਕਰਤਾਰ ਸਿੰਘ ਸਰਾਭੇ ਦੇ ਮੈਨੂੰ ਅਸਲ ਵਾਰਸ ਲੱਗਦੇ ਆ, ਇਹ ਮੈਨੂੰ ਚੰਦਰ ਸ਼ੇਖਰ ਆਜ਼ਾਦ ਦੇ ਅਸਲ ਵਾਰਸ ਲੱਗਣ ਲੱਗ ਪਏ ਆ। ਨਹੀਂ ਤਾਂ ਬਾਕੀ ਤਾਂ ਸਿਰਫ ਤੇ ਸਿਰਫ ਗੋਂਗਲੂਆਂ ਦੇ ਉੱਤੋਂ ਮਿੱਟੀ ਝਾੜਦੇ ਆ। ਮੈਂ ਉਦੋਂ ਹੋਰ ਹੈਰਾਨ ਹੁੰਨਾ ਜਦੋਂ ਨੇਤਾ ਸ਼ਹੀਦਾਂ ਦੇ ਬੁੱਤਾਂ ਦੇ ਕੋਲੇ ਖੜ ਕੇ, ਭਾਵੇਂ 23 ਮਾਰਚ ਦਾ ਦਿਨ ਹੋਵੇ ਤੇ ਭਾਵੇਂ ਕੋਈ ਹੋਰ ਦਿਨ ਹੋਵੇ, ਇਹ ਗੱਲ ਕਹਿੰਦੇ ਆ ਉਂਗਲ ਕਰਕੇ ਬੁੱਤਾਂ ਦੇ ਵੱਲ ਕਿ ਅਸੀਂ ਇਹਨਾਂ ਦੇ ਸੁਪਨਿਆਂ ਦਾ ਸਮਾਜ ਸਿਰਜਿਆ। ਮੈਂ ਸੋਚਦਾ ਕਦੇ ਕਦੇ ਵੀ ਜੇਕਰ ਬੁੱਤ ਬੋਲਦੇ ਹੁੰਦੇ, ਉਹ ਲਾਹਣਤਾਂ ਪਾਉਂਦੇ ਵੀ ਸਾਡੇ ਕੋਲੇ ਖੜ ਕੇ ਤੁਸੀਂ ਏਡੇ ਵੱਡੇ ਕੁਫਰ ਤੋਲੀ ਜਾਂਦੇ ਆ। ਪਰ ਪ੍ਰਧਾਨ ਮੰਤਰੀ ਸਾਹਿਬ ਦਾ ਇਹ ਕਹਿਣਾ ਕਿ ਕਾਨੂੰਨ ਬਹੁਤ ਕਮਾਲ ਦੇ ਆ ਤੇ ਉਧਰੋਂ ਰਾਕੇਸ਼ ਟਕੈਤ ਦਾ ਇਹ ਕਹਿਣਾ ਕਿ ਆਉਂਦੇ ਸਮੇਂ ਦੇ ਵਿੱਚ ਸਾਨੂੰ ਬੈਰੀਕੇਡ ਫੇਰ ਤੋੜਨੇ ਪੈ ਸਕਦੇ ਆ ਦਿੱਲੀ ਦੇ ਵਿੱਚ ਵੜਨ ਦੇ ਲਈ, ਕੇਂਦਰ ਦੀ ਸਰਕਾਰ ਨੂੰ ਜਗਾਉਣ ਦੇ ਲਈ। ਇਹ ਆਪਣੇ ਆਪ ਦੇ ਵਿੱਚ ਬੜੀ ਮਹੱਤਵਪੂਰਨ ਗੱਲ ਆ, ਬੜਾ ਮਹੱਤਵਪੂਰਨ ਬਿਆਨ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਭਾਰਤ ਦੇ ਪ੍ਰਧਾਨ ਮੰਤਰੀ ਨੇ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਮਹਾਮਾਰੀ ਦੌਰਾਨ ਸਰਹੱਦਾਂ ਦੇ ਉੱਤੇ ਤਣਾਅ, ਚੱਕਰਵਾਤਾਂ ਤੇ ਭੁਚਾਲ ਵਰਗੀਆਂ ਮੁਸ਼ਕਿਲਾਂ ਦੇ ਬਾਵਜੂਦ ਭਾਰਤ ਬੇਹੱਦ ਮਜ਼ਬੂਤ ਹੋ ਕੇ ਉੱਭਰਿਆ ਤੇ ਪੂਰੀ ਦੁਨੀਆ ਨੇ ਇਸ ਦੀ ਸਮਰੱਥਾ ਨੂੰ ਮਹਿਸੂਸ ਕੀਤਾ। ਮੋਦੀ ਨੇ ਭਾਜਪਾ ਦੇ ਸੰਸਦ ਮੈਂਬਰ ਪੀ ਚੌਧਰੀ ਦੇ ਚੋਣ ਖੇਤਰ ਪਾਲੀ ਵਿਖੇ ਪੰਚਾਇਤੀ ਚੋਣ ਦਾ ਵੀ ਵਰਣਨ ਕੀਤਾ ਤੇ ਇਹ ਗੱਲ ਕਹੀ ਹੈ ਕਿ ਨਵੇਂ ਖੇਤੀ ਕਾਨੂੰਨਾਂ ਖਿਲਾਫ ਵਿਖਾਵਿਆਂ ਦਰਮਿਆਨ
ਪਾਰਟੀ ਨੇ 90% ਤੋਂ ਵੱਧ ਸੀਟਾਂ ਜਿੱਤੀਆਂ ਨੇ, ਕਿਉਂਕਿ ਉਸ ਨੇ ਲੋਕਾਂ ਦੇ ਲਈ ਇਹਨਾਂ ਕਾਨੂੰਨਾਂ ਦੇ ਲਾਭਾਂ ਨੂੰ ਸਪਸ਼ਟ ਤੌਰ ਦੇ ਉੱਤੇ ਅੱਗੇ ਰੱਖ ਕੇ ਵੋਟਾਂ ਮੰਗੀਆਂ ਨੇ। ਉਹਨਾਂ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਇਹਨਾਂ ਕਾਨੂੰਨਾਂ ਨੂੰ ਲਿਆਉਣ ਦੇ ਪਿੱਛੇ ਸਰਕਾਰ ਦਾ ਇਰਾਦਾ ਚੰਗਾ ਸੀ ਤੇ ਜਿਹੜੇ ਲੋਕ ਹੁਣ ਇਹਨਾਂ ਦਾ ਵਿਰੋਧ ਕਰ ਰਹੇ ਨੇ ਉਹ ਬਾਅਦ ਦੇ ਵਿੱਚ ਇਹਨਾਂ ਕਾਨੂੰਨਾਂ ਦੀ ਸ਼ਲਾਘਾ ਮਜਬੂਰੀ ਦੇ ਵਿੱਚ ਕਰਨਗੇ, ਯਾਨੀ ਕਿ ਉਹ ਮਜਬੂਰ ਹੋ ਜਾਣਗੇ ਕਿ ਇਹ ਖੇਤੀ ਕਾਨੂੰਨ ਬਹੁਤ ਚੰਗੇ ਹਨ ਤੇ ਅਸੀਂ ਇਹਨਾਂ ਦਾ ਪਹਿਲਾ ਵਿਰੋਧ ਕਿਉਂ ਕੀਤਾ। ਕੇਂਦਰੀ ਮੰਤਰੀ ਅਰਜਨ ਰਾਮ ਮੇਘਵਾਲ ਨੇ ਮੋਦੀ ਦੇ ਸੰਬੋਧਨ ਨਾਲ ਸੰਬੰਧਿਤ ਇਹ ਜਾਣਕਾਰੀ ਦਿੱਤੀ ਹੈ। ਭਾਜਪਾ ਸੰਸਦੀ ਦਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਹਨਾਂ ਮਹਾਮਾਰੀ ਦੌਰਾਨ ਇਹਨਾਂ ਸਭ ਚੁਣੌਤੀਆਂ ਦਾ ਮੁਕਾਬਲਾ ਕੀਤਾ ਤੇ ਦੇਸ਼ ਨੇ ਵੀ ਇਹਨਾਂ ਨੂੰ ਹਰਾਇਆ। ਮੇਘਵਾਲ ਨੇ ਕਿਹਾ ਕਿ ਮਹਾਮਾਰੀ ਨਾਲ ਜੁੜੇ ਆਪਣੇ ਤਜਰਬੇ ਸਾਂਝੇ ਕਰਦਿਆਂ ਮੋਦੀ ਨੇ ਸੰਸਦ ਮੈਂਬਰਾਂ ਨੂੰ ਆਖਿਆ ਕਿ ਇਸ ਸਮੇਂ ਦੌਰਾਨ ਦੇਸ਼ ਨੇ ਨਾ ਸਿਰਫ ਵਾਇਰਸ ਦੀ ਚੁਣੌਤੀ ਦਾ ਸਾਹਮਣਾ ਕੀਤਾ ਸਗੋਂ ਹੋਰ ਵੀ ਚੁਣੌਤੀਆਂ ਨਾਲ ਡਟ ਕੇ ਸਾਹਮਣਾ ਕੀਤਾ। ਕਦੇ ਟਿੱਡੀ ਦਲ ਆਇਆ, ਕਦੇ ਭੁਚਾਲ ਆਇਆ, ਕਦੇ ਚੱਕਰਵਾਤ ਆਏ, ਕਦੇ ਤਣਾਅ ਪੈਦਾ ਹੋਇਆ, ਪਰ ਇਸ ਦੇ ਬਾਵਜੂਦ ਦੇਸ਼ ਮਜ਼ਬੂਤੀ ਨਾਲ ਅੱਗੇ ਵਧਿਆ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਹ ਵੀ ਵਰਣਨ ਕੀਤਾ ਕਿ 2 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਉਹ ਜਨਤਕ ਅਹੁਦੇ ਦੇ ਉੱਤੇ ਨੇ, ਪਹਿਲਾਂ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਤੇ ਹੁਣ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ, ਪਰ ਇੱਕ ਦਿਨ ਵੀ ਅਸੀਂ ਛੁੱਟੀ ਨਹੀਂ ਲਈ। ਮੋਦੀ ਤੋਂ ਇਲਾਵਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਵੀ ਭਾਜਪਾ ਸੰਸਦੀ ਦਲ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਉਹਨਾਂ ਨੇ ਕਿਹਾ ਕਿ ਮਹਾਮਾਰੀ ਦੌਰਾਨ ਪਹਿਲਾਂ ਹੋਰ ਦੇਸ਼ਾਂ ਨੂੰ ਐਂਟੀਬਾਇਓਟਿਕਸ ਦਵਾਈਆਂ ਤੇ ਜਾਂਚ ਕਿੱਟਾਂ ਮੁਹੱਈਆ ਕਰਵਾਉਣ ਦੀ ਇਲਾਜ ਕੂਟਨੀਤੀ ਤੇ ਬਾਅਦ ਦੇ ਵਿੱਚ ਟੀਕਾ ਨੀਤੀ ਕਾਰਨ ਦੁਨੀਆ ਦੇ ਵਿੱਚ ਭਾਰਤ ਦਾ ਕੱਦ ਬਹੁਤ ਵੱਡਾ ਹੋਇਆ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਖੇਤੀ ਕਾਨੂੰਨਾਂ ਦੀ ਸਿਫਤ ਕਰਨਾ ਤੇ ਆਪਦੇ ਮੂੰਹੋਂ ਆਪਣੀਆਂ ਸਿਫਤਾਂ ਆਪੇ ਕਰੀ ਜਾਣੀਆਂ, ਇਹ ਕੋਈ ਨਵੀਂ ਗੱਲ ਬਿਲਕੁਲ ਨਹੀਂ ਹੈਗੀ। ਉਹਨਾਂ ਦੇ ਵੱਲੋਂ ਮਨ ਕੀ ਬਾਤ ਦੇ ਵਿੱਚ ਵੀ ਇਹੀ ਗੱਲ ਕੀਤੀ ਜਾਂਦੀ ਹੈ ਕਿ ਹਮਨੇ तो ये किया है, ये कभी हुआ नहीं, अब जो करेंगे वो कभी होगा नहीं, हमने ये भी कर लिया, हमने वो भी कर लिया। पर लोग ये भी गल कहने भी कदे साडी भी सुन लो, लोग ये भी गल कहने भी साडा कसूर की है। ਹੁਣ ਪ੍ਰਧਾਨ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਆ ਕਿ ਭਾਈ ਜੋ ਅਸੀਂ ਕਰਤਾ ਇਹ ਪੱਥਰ ਤੇ ਲਕੀਰ ਵਰਗਾ। ਮੈਂ ਮਨ ਦੇ ਵਿੱਚ ਇਹ ਗੱਲ ਜ਼ਰੂਰ ਸੋਚਦਾ ਵੀ ਜੇਕਰ ਸੱਚੀ ਮੁੱਚੀ ਇਹ ਖੇਤੀ ਕਾਨੂੰਨ ਇੰਨੇ ਕਮਾਲ ਦੇ ਆ ਤਾਂ ਫਿਰ ਜਦੋਂ ਕਿਸਾਨ ਆਗੂਆਂ ਦੇ ਨਾਲ ਇੱਕ ਵਾਰ ਅਮਿਤ ਸ਼ਾਹ ਹੋਰਾਂ ਨੇ ਵੀ ਮੀਟਿੰਗ ਕੀਤੀ ਸੀ, ਉਹਨਾਂ ਨੇ ਵਾਰ-ਵਾਰ ਇਹ ਗੱਲ ਕਿਉਂ ਕਹੀ ਸੀ ਵੀ ਤੁਹਾਡੀ ਵੀ ਇੱਜ਼ਤ ਰਹਿ ਜੇ ਤੇ ਸਾਡੀ ਵੀ ਇੱਜ਼ਤ ਰਹਿ ਜੇ, ਇਹਨਾਂ ਖੇਤੀ ਕਾਨੂੰਨਾਂ ਨੂੰ ਇੰਨਾ ਖੋਖਲਾ ਕਰ ਦਿਓ, ਇਹਦੇ ਵਿੱਚੋਂ ਸਾਰਾ ਕੁਝ ਕਢਵਾ ਲਓ, ਪਰ ਇਹ ਨਾ ਸ਼ਬਦ ਵਰਤੋ ਵੀ ਭਾਈ ਖੇਤੀ ਕਾਨੂੰਨ ਰੱਦ ਕਰਵਾ ਲਏ ਆ ਜਾਂ ਰੱਦ ਕਰ ਦਿੱਤੇ ਜਾਣ, ਉੱਦਾਂ ਇਹਦੇ ਵਿੱਚ ਕੱਖ ਨਾ ਰਵੇ, ਬਸ ਇਹ ਸਿਰਫ ਤੇ ਸਿਰਫ ਇੱਕ ਖੋਖਲਾ ਬਣ ਕੇ ਰਹਿ ਜਾਵੇ ਕਾਨੂੰਨ, ਇਹ ਮੇਜ਼ ਦੇ ਉੱਤੇ ਪਿਆ ਰਵੇ, ਨਾ ਇਹਦਾ ਕੋਈ ਫਾਇਦਾ ਹੋਵੇ ਨਾ ਇਹਦਾ ਕੋਈ ਨੁਕਸਾਨ ਹੋਵੇ, ਇੱਦਾਂ ਕਰਵਾ ਲਓ। ਜੇ ਇਹ ਖੇਤੀ ਕਾਨੂੰਨ ਇੰਨੇ ਕਮਾਲ ਦੇ ਸੀ ਤਾਂ ਫਿਰ ਅਮਿਤ ਸ਼ਾਹ ਹੋਰਾਂ ਨੇ ਇਹ ਗੱਲ ਕਿਸਾਨ ਆਗੂਆਂ ਨੂੰ ਕਿਹੜੀ ਗੱਲੋਂ ਕਹੀ ਸੀ? ਮਤਲਬ ਇਹ ਆ ਵੀ ਇਹਨਾਂ ਦੇ ਵਿੱਚ ਕੁਝ ਨਾ ਕੁਝ ਹੈ ਜਿਵੇਂ ਕਿ ਕਿਸਾਨ ਜਾਣਦੇ ਆ। ਸੋ ਰੌਲਾ ਇਹ ਨਹੀਂਗਾ ਵੀ ਕਿਸਾਨ ਕੁਝ ਜਾਣਦੇ ਨਹੀਂ ਇਹ ਗੁੰਮਰਾਹ ਹੋ ਗਏ, ਰੌਲਾ ਇਹ ਆ ਵੀ ਕਿਸਾਨ ਸਾਰਾ ਕੁਝ ਜਾਣ ਚੁੱਕੇ ਆ, ਉਹ ਗੁੰਮਰਾਹ ਨਹੀਂ ਹੋਏ। ਤੇ ਜਿਹੜੇ ਬੀਜੇਪੀ ਪੱਖੀ ਆ ਉਹਨਾਂ ਦੇ ਵੱਲੋਂ ਜੋ ਮਰਜ਼ੀ ਕਿਹਾ ਜਾਵੇ, ਪਰ ਜਦੋਂ ਗੱਲ ਦੇਸ਼ ਦੇ ਅੰਨਦਾਤੇ ਦੀ ਹੋਵੇ ਤਾਂ ਉਦੋਂ ਆਪਣੇ ਛੋਟੇ-ਮੋਟੇ ਸਵਾਰਥ ਇੱਕ ਪਾਸੇ ਰੱਖ ਦੇਣੇ ਚਾਹੀਦੇ ਆ। ਵੈਸੇ ਤਾਂ ਭਾਵੇਂ ਕੋਈ ਵੀ ਹੋਰ ਵਰਗ ਵੀ ਹੋਵੇ, ਕੋਈ ਵਪਾਰੀ ਹੋਵੇ, ਕੋਈ ਆੜਤੀਆ ਹੋਵੇ, ਬੈਂਕ ਮੁਲਾਜ਼ਮ ਹੋਣ, ਕੋਈ ਹੋਰ ਹੋਵੇ, ਸਾਰਿਆਂ ਦੇ ਨਾਲ ਜੁੜ ਕੇ ਚੱਲਣਾ ਚਾਹੀਦਾ, ਕਿਉਂਕਿ ਸਾਰਿਆਂ ਨੇ ਕੱਲੀ-ਕੱਲੀ ਵੋਟ ਪਾ ਕੇ ਇਸ ਰੁਤਬੇ ਤੱਕ ਪਹੁੰਚਾਇਆ। ਪਰ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਸਾਹਿਬ, ਜਿਵੇਂ ਅਮਿਤ ਸ਼ਾਹ ਹੋਰੀ, ਜਿਵੇਂ ਖੇਤੀਬਾੜੀ ਮੰਤਰੀ ਇਸ ਮਾਮਲੇ ਦੇ ਉੱਤੇ ਲਗਾਤਾਰ ਚੁੱਪ ਵੱਟੀ ਬੈਠੇ ਆ ਤੇ ਉਸ ਦਿਨ ਦੀ ਉਡੀਕ ਕਰ ਰਹੇ ਆ ਇਸ ਵਕਤ ਕਿਸਾਨ ਆਗੂ ਜਦੋਂ ਪ੍ਰਧਾਨ ਮੰਤਰੀ ਦਾ ਫੋਨ ਆਉਣਾ ਕਿਸਾਨਾਂ ਨੂੰ, ਕਿਉਂਕਿ ਉਹਨਾਂ ਨੇ ਆਪ ਹੀ ਇਹ ਗੱਲ ਕਹੀ ਸੀ ਕਿ ਮੇਰੇ ਤੇ ਤੁਹਾਡੇ ਦਰਮਿਆਨ ਸਿਰਫ ਇੱਕ ਫੋਨ ਕਾਲ ਦੀ ਦੂਰੀ ਹੈ। ਹਾਲੇ ਤੱਕ ਉਹਨਾਂ ਨੂੰ ਨੰਬਰ ਨਹੀਂ ਲੱਭਿਆ, ਹਾਲੇ ਤੱਕ ਉਹਨਾਂ ਨੇ ਫੋਨ ਦੀ ਟੱਲੀ ਨਹੀਂ ਖੜਕਾਈ। ਸ਼ਾਇਦ ਉਹ ਸੋਚਦੇ ਹੁਣ ਵੀ ਆਪਾਂ ਗੱਲ ਕਰਨੀ ਸੀ, ਗੱਲ ਕਰਤੀ ਆ। ਸੋ ਪੱਛਮੀ ਬੰਗਾਲ ਦੇ ਵਿੱਚ ਬੀਜੇਪੀ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਖਬਰਾਂ ਵੀ ਆ ਰਹੀਆਂ। ਪ੍ਰਧਾਨ ਮੰਤਰੀ ਸਾਹਿਬ ਉੱਥੇ ਗਏ ਲੰਘੇ ਕੱਲ੍ਹ, ਉੱਥੇ ਇੱਕ ਵਰਕਰ ਨੇ ਸਟੇਜ ਦੇ ਉੱਤੇ ਆ ਕੇ ਮੋਦੀ ਸਾਹਿਬ ਦੇ ਪੈਰੀ ਹੱਥ ਲਾਤੇ, ਉਲਟਾ ਮੋਦੀ ਹੋਰਾਂ ਨੇ ਉਸ ਵਰਕਰ ਦੇ ਪੈਰੀ ਹੱਥ ਲਾਤੇ। ਤੇ ਬੀਜੇਪੀ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਬੜੀ ਹੁੱਬ ਕੇ ਪ੍ਰਚਾਰੀ ਜਾ ਰਹੀ ਹੈ ਵੀ ਇੰਨਾ ਜ਼ਮੀਨ ਨਾਲ ਜੁੜਿਆ ਹੋਇਆ ਪ੍ਰਧਾਨ ਮੰਤਰੀ ਕਦੇ ਹੋਇਆ ਨਹੀਂ। ਇਹ ਦੇਖੋ ਆਪਣੇ ਵਰਕਰ ਦੇ ਵੀ ਪੈਰੀ ਹੱਥ ਲਾ ਰਹੇ ਆ, ਪਰ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਇਸ ਵਕਤ ਬਾਰਡਰਾਂ ਦੇ ਉੱਤੇ ਵੀ ਬੈਠੇ ਆ। ਜਨਾਬ ਇਹਦੇ ਬਾਰੇ ਵੀ ਖਿਆਲ ਕਰ ਲਓ, ਇਹਨਾਂ ਦਾ ਕਸੂਰ ਕੀ ਆ? ਹੋ ਸਕਦਾ ਵੀ ਅੱਧੇ ਕਿਸਾਨਾਂ ਨੇ, 25% ਕਿਸਾਨਾਂ ਨੇ, 10% ਕਿਸਾਨਾਂ ਨੇ ਤੁਹਾਨੂੰ ਵੋਟਾਂ ਪਾਈਆਂ ਹੋਣ। ਕੱਲੀ ਵੋਟ ਦੀ ਉਦੋਂ ਕੀਮਤ ਹੁੰਦੀ ਹੈ ਜਦੋਂ ਸਿਰ ਧੜ ਦੀ ਬਾਜ਼ੀ ਲੱਗੀ ਹੋਵੇ। ਸੋ ਇਹਨਾਂ ਨੇ ਵੀ ਮੰਨ ਲਈ ਜਾਵੇ, ਜੇਕਰ ਅਸੀਂ ਇਹ ਗੱਲ ਕਹਿੰਦੇ ਆ ਕਿ ਪੱਛਮੀ ਬੰਗਾਲ ਨੂੰ ਖੁਸ਼ਹਾਲ ਬਣਾ ਕੇ ਦਿਖਾ ਦਿਆਂਗੇ ਐਤਕੀ ਸਾਨੂੰ ਵੋਟਾਂ ਪਾਓ, ਤਾਂ ਫਿਰ ਕਿਸਾਨਾਂ ਨੂੰ ਵੀ ਖੁਸ਼ਹਾਲ ਬਣਾ ਕੇ ਦਿਖਾ ਦਿਓ, ਕੀ ਪਤਾ ਭਵਿੱਖ ਦੇ ਵਿੱਚ ਤੁਹਾਨੂੰ ਹੀ ਵੋਟਾਂ ਪੈਂਦੀਆਂ ਰਹਿਣ। ਸੋਚਣ ਵਿਚਾਰਨ ਵਾਲੀ ਗੱਲ ਇਹ ਆ। ਪਰ ਪੰਜਾਬ ਦੇ ਬੀਜੇਪੀ ਦੇ ਆਗੂ ਆ ਜਿਹੜੇ, ਉਹਨਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ। ਜਿੱਥੇ ਵੀ ਉਹ ਜਾਂਦੇ ਆ ਉਹਨਾਂ ਨੂੰ ਕਿਸਾਨਾਂ ਦੇ ਵੱਲੋਂ ਘੇਰ ਲਿਆ ਜਾਂਦਾ। ਇਹੀ ਹਾਲ ਇਸ ਵਕਤ ਹਰਿਆਣੇ ਦੇ ਵਿੱਚ ਹੈ, ਲਗਾਤਾਰ ਉੱਥੇ ਵਿਰੋਧ ਦਾ ਸਿਖਰ ਹੋ ਰਿਹਾ। ਪਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਬੀਜੇਪੀ ਦੇ ਸੀਨੀਅਰ ਜੂਨੀਅਰ ਨੇਤਾ
ਤੋਲ ਕੇ ਨਹੀਂ ਬੋਲਦੇ। ਉਹਨਾਂ ਦੇ ਵੱਲੋਂ ਇੱਕੋ ਗੱਲ ਕਹੀ ਜਾਂਦੀ ਹੈ ਕਿ ਜੋ ਕੁਝ ਕਰ ਦਿੱਤਾ ਇਹ ਬਿਲਕੁਲ ਦਰੁਸਤ ਹੈ, ਤੁਸੀਂ ਗਲਤ ਹੋ, ਅਸੀਂ ਬਿਲਕੁਲ ਗਲਤ ਨਹੀਂ। ਸੋ ਆਉਂਦੇ ਸਮੇਂ ਦੇ ਵਿੱਚ ਬੀਜੇਪੀ ਦਾ ਕੀ ਭਵਿੱਖ ਹੋਊਗਾ ਤੇ ਕੀ ਕਿਸਾਨਾਂ ਦੀ ਮੰਗ ਮੰਨੀ ਜਾਊ ਕਿ ਨਹੀਂ, ਕੀ ਐਮਐਸਪੀ ਦੀ ਲਿਖਤੀ ਤੌਰ ਦੇ ਉੱਤੇ ਗਰੰਟੀ ਮਿਲੂ ਕਿ ਨਹੀਂ, ਕੀ ਇਸ ਵਕਤ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ ਕਿ ਨਹੀਂ, ਜਾਂ ਸੋਧਾਂ ਦੇ ਉੱਤੇ ਕੋਈ ਨਾ ਕੋਈ ਧਿਰਮੰਦੀ ਆ ਕਿ ਨਹੀਂ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਆ। ਪਰ ਦੇਸ਼ ਦੁਨੀਆ ਦੇ ਵਿੱਚ ਵਸਦੇ ਹੋਏ ਲੋਕ ਆ ਜਿਹੜੇ ਉਹ ਨਿੱਠ ਕੇ ਕਿਸਾਨਾਂ ਦੀ ਹਾਲੇ ਵੀ ਮਦਦ ਕਰ ਰਹੇ ਆ ਤੇ ਕਰਨੀ ਵੀ ਚਾਹੀਦੀ ਹੈ, ਕਿਉਂਕਿ ਉਹ ਵਿਚਾਰੇ ਆਪਣੇ ਘਰ-ਬਾਰ ਤੋਂ ਦੂਰ ਬੈਠੇ 4 ਮਹੀਨਿਆਂ ਤੋਂ। ਕੋਈ ਬੰਦਾ 4 ਦਿਨ 5 ਸਟਾਰ ਹੋਟਲ ਦੇ ਵਿੱਚ ਆਪਣੇ ਟੱਬਰ ਤੋਂ ਦੂਰ ਨਹੀਂ ਰਹਿ ਸਕਦਾ, ਉਹ ਟਰਾਲੀਆਂ ਦੇ ਵਿੱਚ ਸੌਂਦੇ ਆ। ਹੁਣ ਵੀ ਉਹਨਾਂ ਦਾ ਕੋਈ ਬਹੁਤਾ ਚੰਗਾ ਹਾਲ ਨਹੀਂ ਹੋਣਾ ਜੇਕਰ 46 47 48 ਡਿਗਰੀ ਤੱਕ ਆਉਂਦੇ ਸਮੇਂ ਦੇ ਵਿੱਚ ਟੈਂਪਰੇਚਰ ਪਹੁੰਚ ਜਾਂਦਾ ਤਾਂ। ਇਸ ਕਰਕੇ ਸ਼ਿਰੜੀ ਲੋਕਾਂ ਨੂੰ ਸਲਾਮ ਕਰਨੀ ਬਣਦੀ ਹੈ। ਕਰੋਨਾ ਦੇ ਫੁਹਾਰੇ ਦੇ ਬਾਰੇ ਬਹੁਤ ਸਾਰੀਆਂ ਖਬਰਾਂ ਆ ਰਹੀਆਂ। ਭਾਰਤ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਮਹਾਰਾਸ਼ਟਰ ਤੇ ਉਸ ਤੋਂ ਬਾਅਦ ਪੰਜਾਬ ਦਾ ਨਾਂ ਆ ਗਿਆ। ਅਸੀਂ ਕੱਲ੍ਹ ਵੀ ਖਬਰ ਸਾਂਝੀ ਕੀਤੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੀ ਅਸੀਂ ਕਰੋਨਾ ਦੇ 400 ਦੇ ਕਰੀਬ ਜਿਹੜੇ ਉਹ ਨਮੂਨੇ ਭੇਜੇ ਸੀ ਇਹ ਪਤਾ ਲਾਉਣ ਦੇ ਲਈ ਵੀ ਭਾਈ ਕਿਹੜਾ ਸਰੂਪ ਆ ਕਰੋਨਾ ਦਾ ਇਹ। ਤੇ 81% ਮਾਮਲਿਆਂ ਦੇ ਵਿੱਚ ਪਤਾ ਲੱਗਾ ਰਿਪੋਰਟਾਂ ਦੇ ਰਾਹੀਂ ਕਿ ਭਾਈ ਇਹ ਬਰਤਾਨੀਆ ਵਾਲਾ ਕਰੋਨਾ ਪੰਜਾਬ ਦੇ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਚੁੱਕਿਆ। ਜੇਕਰ ਇਦਾਂ ਹੈ ਤਾਂ ਸੱਚੀ ਮੁੱਚੀ ਚਿੰਤਾਜਨਕ ਗੱਲ ਹੈ। ਸੋ ਬੇਨਤੀ ਸਾਡੀ ਹੱਥ ਜੋੜ ਕੇ ਆ, ਭਾਵੇਂ ਕਰੋਨਾ ਮੰਨੀਏ ਤੇ ਭਾਵੇਂ ਕਰੋਨਾ ਨਾ ਮੰਨੀਏ, ਪਰ ਆਪਦੀ ਸਿਹਤ ਦਾ ਖਿਆਲ ਸਾਨੂੰ ਆਪ ਕਰਨਾ ਚਾਹੀਦਾ। ਸਾਨੂੰ ਸਰੀਰਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ। ਅਸੀਂ ਜੇਕਰ ਇਹ ਦੇਖਦੇ ਰਹਾਂਗੇ ਜੀ ਕਿ ਫਲਾਣੀ ਥਾਂ ਦੇ ਉੱਤੇ ਤਾਂ ਇਕੱਠ ਹੋਇਆ, ਹਾਲਾਂਕਿ ਉੱਦਾਂ ਹੋਣ ਨਹੀਂ ਦੇਣਾ ਚਾਹੀਦਾ। ਕਰੋਨਾ ਨੇ ਇਹ ਥੋੜ੍ਹੀ ਦੇਖਣਾ ਵੀ ਧਾਰਮਿਕ ਥਾਂ ਦੇ ਉੱਤੇ ਜਿਹੜਾ ਇਕੱਠ ਆ ਮੈਂ ਇੱਥੇ ਨਹੀਂ ਪਹੁੰਚਣਾ। ਕਰੋਨਾ ਨੇ ਨਾ ਇਹ ਦੇਖਣਾ ਵੀ ਰਾਤ ਦਾ ਵੇਲਾ ਤੇ ਹੁਣ ਕਿਹੜਾ ਫਰਕ ਪੈਂਦਾ ਵੀ ਮੈਂ ਨਹੀਂ ਕੁਛ ਕਹਿੰਦਾ ਗਾ। ਨਾ ਕਰੋਨਾ ਨੇ ਇਹ ਗੱਲ ਸੋਚਣੀ ਆ ਵੀ ਭਾਈ ਰਾਜਨੀਤਿਕ ਲੋਕਾਂ ਦੀਆਂ ਰੈਲੀਆਂ ਦੇ ਵਿੱਚ ਤਾਂ ਮੈਂ ਜਾਣਾ ਨਹੀਂ ਗਾ। ਸੋ ਇਕੱਠ ਕਿਤੇ ਵੀ ਹੋਵੇ, ਭਾਵੇਂ ਬਾਜ਼ਾਰ ਦੇ ਵਿੱਚ ਆ, ਭਾਵੇਂ ਸਾਡੇ ਘਰ ਦੇ ਵਿੱਚ ਆ, ਭਾਵੇਂ ਧਾਰਮਿਕ ਥਾਂ ਤੇ ਭਾਵੇਂ ਰੈਲੀਆਂ ਦੇ ਵਿੱਚ ਆ, ਤੇ ਭਾਵੇਂ ਕਿਸੇ ਵੀ ਹੋਰ ਥਾਂ ਦੇ ਉੱਤੇ ਕਰੋਨਾ ਹੀ ਰਹਿਣਾ। ਸੋ ਇਸ ਕਰਕੇ ਪੰਜਾਬ ਦੀ ਸਰਕਾਰ ਆ ਜਿਹੜੀ ਕਿ ਅਵੱਲੇ ਫੈਸਲਿਆਂ ਕਰਕੇ ਜਾਣੀ ਜਾਂਦੀ ਹੈ, ਉਹਦੇ ਉੱਤੇ ਵੀ ਬਹੁਤ ਸਾਰੇ ਸਵਾਲ ਨਵੇਂ ਖੜੇ ਹੋ ਰਹੇ ਆ। ਪਰ ਜੇਕਰ ਇਹ ਗੱਲ ਕਹੀ ਜਾਵੇ ਕਿ ਕਰੋਨਾ ਵੈਕਸੀਨ ਲੈਣ ਤੋਂ ਬਾਅਦ ਵੀ ਤੁਹਾਨੂੰ ਕਰੋਨਾ ਹੋ ਗਿਆ ਤਾਂ ਫਿਰ ਤੁਸੀਂ ਵੈਕਸੀਨ ਦੇ ਉੱਤੇ ਸ਼ੱਕ ਕਰੋਗੇ ਕਿ ਨਹੀਂ ਕਰੋਗੇ। ਹਾਲਾਂਕਿ 2 ਡੋਜ਼ ਆ, ਇੱਕ ਪਹਿਲਾਂ ਲੱਗਦੀ ਆ, ਇੱਕ ਕੁਝ ਹਫ਼ਤਿਆਂ ਬਾਅਦ ਡੋਜ਼ ਲੈਣੀ ਪੈਂਦੀ ਹੈ। ਪਰ ਜੇਕਰ ਦੋਵੇਂ ਡੋਜ਼ ਲੈਣ ਦੇ ਬਾਵਜੂਦ ਬੰਦੇ ਨੂੰ ਕਰੋਨਾ ਹੋ ਜੇ ਤਾਂ ਫਿਰ ਬੰਦਾ ਕੀ ਕਵੇ ਤੇ ਕੀ ਨਾ ਕਵੇ। ਮੈਂ ਬਹੁਤ ਸਾਰੇ ਦੋਸਤਾਂ ਨੂੰ ਇਹੋ ਜਿਹਾ ਨੂੰ ਹੁਣ ਪੁੱਛਿਆ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਾਡੇ ਫਲਾਣੇ ਪਿੰਡ ਦੇ ਵਿੱਚ ਫਲਾਣੇ ਨੇ ਲਿਆ ਸੀ ਕਰੋਨਾ ਦੀ ਡੋਜ਼ ਨੂੰ, ਪਰ ਉਸ ਤੋਂ ਬਾਅਦ ਉਹ 4-5 ਦਿਨਾਂ ਬਾਅਦ ਕਰੋਨਾ ਪੋਜ਼ਿਟਿਵ ਹੋ ਗਏ। ਉੱਥੇ ਅਸੀਂ ਇਹ ਗੱਲ ਮੰਨ ਲਈ ਵੀ ਚਲੋ ਇੱਕ ਡੋਜ਼ ਲਈ ਆ, ਮੁਕੰਮਲ ਕੋਰਸ 2 ਡੋਜ਼ ਦਾ, ਕੁਝ ਹਫ਼ਤਿਆਂ ਬਾਅਦ ਜਿਹੜੀ ਦੂਜੀ ਡੋਜ਼ ਮਿਲਦੀ ਹੈ, ਜੇਕਰ ਉਹ ਵੀ ਡੋਜ਼ ਲੈ ਲਈ ਜਾਵੇ ਤਾਂ ਫਿਰ ਤੁਹਾਨੂੰ ਕੋਈ ਖਤਰਾ ਨਹੀਂ, ਫਿਰ ਤੁਹਾਨੂੰ ਕਰੋਨਾ ਹੋ ਹੀ ਨਹੀਂ ਸਕਦਾ, ਫਿਰ ਤੁਸੀਂ ਲਾਗ ਮੁਕਤ ਹੋ ਜਾਂਦੇ ਆ। ਪਰ ਲਖਨਊ ਦੇ ਵੱਲੋਂ ਜਿਹੜੀ ਖਬਰ ਆਈ ਆ ਇਹਨੇ ਸਾਰੇ ਭੁਲੇਖੇ ਕੱਢ ਦਿੱਤੇ ਆ। ਇੱਥੇ ਲਖਨਊ ਦੇ ਵਿੱਚ ਸਿਵਲ ਹਸਪਤਾਲ ਦੇ ਇੱਕ ਡਾਕਟਰ ਆ, ਉਹਨਾਂ ਨੇ ਦੋਵੇਂ ਡੋਜ਼ ਲੈ ਲਈਆਂ। ਦੋਵੇਂ ਡੋਜ਼ ਲੈਣ ਦੇ ਬਾਵਜੂਦ ਉਹ ਕਰੋਨਾ ਪੋਜ਼ਿਟਿਵ ਹੋ ਗਏ। ਤੇ ਹੁਣ ਆਪਾਂ ਕੀ ਕਹੀਏ ਤੇ ਕੀ ਨਾ ਕਹੀਏ ਵੀ ਕਰੋਨਾ ਹੈ ਜਾਂ ਨਹੀਂ ਹੈ। ਵੈਸੇ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਗੱਲ ਲਿਖੀ ਹੈ ਕਿ ਜੇਕਰ ਹੁਣ ਵੈਕਸੀਨ ਦੇ ਬਾਵਜੂਦ ਵੀ ਕਰੋਨਾ ਹੋ ਰਿਹਾ ਤਾਂ ਮਤਲਬ ਜਿਹੜਾ ਦਵਾਈ ਨਕਲੀ ਆ, ਤੇ ਜਾਂ ਫਿਰ ਹੋ ਸਕਦਾ ਕਰੋਨਾ ਨਕਲੀ ਹੋਵੇ, ਤੇ ਜਾਂ ਫਿਰ ਦੋਵੇਂ ਨਕਲੀ ਆ। ਹੁਣ ਲੋਕਾਂ ਦੇ ਮਨ ਦੇ ਵਿੱਚ ਸਵਾਲ ਪੈਦਾ ਕਿਉਂ ਨਾ ਹੋਣ, ਤੇ ਇਹਨਾਂ ਸਵਾਲਾਂ ਦੇ ਪ੍ਰਤੀ ਸ਼ੰਕਾ ਨਿਵਰਤੀ ਸਾਡੀਆਂ ਸਰਕਾਰਾਂ ਨੇ ਕਰਨੀ ਆ। ਹੁਣ ਬਹੁਤ ਸਾਰੇ ਲੋਕ ਦੱਸਦੇ ਵੀ ਜਦੋਂ ਅਸੀਂ ਕਰੋਨਾ ਵੈਕਸੀਨ ਲੈਂਦੇ ਆ ਸਾਨੂੰ 2-3 ਦਿਨ ਬੁਖਾਰ ਰਹਿੰਦਾ, ਸਰੀਰ ਝੰਬਿਆ ਜਿਹਾ ਰਹਿੰਦਾ। ਇਹ ਵੀ ਮੰਨ ਲਿਆ ਕਿਉਂਕਿ ਸਾਡੇ ਅੰਦਰਲੇ ਜਿਹੜੇ ਕੀਟਾਣੂ ਆ ਜਾਂ ਜੋ ਵੀ ਸਾਡੇ ਅੰਦਰ ਆ ਉਹਨਾਂ ਨੇ ਖਤਮ ਹੋਣਾ ਜਾਂ ਕੋਈ ਵੀ ਹੋਰ ਪ੍ਰਕਿਰਿਆ ਹੋ ਸਕਦੀ ਹੈ। ਪਰ ਦੋਵੇਂ ਡੋਜ਼ ਲੈਣ ਦੇ ਬਾਵਜੂਦ ਬੰਦਾ ਕਰੋਨਾ ਪੋਜ਼ਿਟਿਵ ਹੋ ਜੇ, ਇਹਦੇ ਉੱਤੇ ਸਵਾਲ ਕਿਹੜੀ ਗੱਲੋਂ ਖੜੇ ਨਾ ਹੋਣ। ਕੀ ਦਵਾਈ ਦੇ ਵਿੱਚ ਕੋਈ ਨੁਕਸ ਹੈ, ਕੀ ਕਰੋਨਾ ਦੇ ਵਿੱਚ ਕੋਈ ਨੁਕਸ ਹੈ, ਜਾਂ ਦਵਾਈ ਲੈਣ ਵਾਲੇ ਦੇ ਵਿੱਚ ਕੋਈ ਨੁਕਸ ਹੈ, ਜਾਂ ਦਵਾਈ ਦੇਣ ਵਾਲੇ ਦੇ ਵਿੱਚ ਕੋਈ ਨੁਕਸ ਹੈ, ਪਤਾ ਨਹੀਂ ਲੱਗਦਾ ਇਹਦੇ ਬਾਰੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਬਾਅਦ ਵਿੱਚ ਕਰਾਂਗੇ ਟਿੱਪਣੀ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਸਿਵਲ ਹਸਪਤਾਲ ਦੇ ਵਿੱਚ ਤਾਇਨਾਤ ਡਾਕਟਰ ਨਿਤਨ ਮਿਸ਼ਰਾ ਕਰੋਨਾ ਪੋਜ਼ਿਟਿਵ ਹੋ ਗਏ ਨੇ। ਦੱਸਣਯੋਗ ਹੈ ਕਿ ਡਾਕਟਰ ਨਿਤਨ ਮਿਸ਼ਰਾ ਨੇ ਕਰੋਨਾ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਸਨ ਤੇ ਇਸ ਦੇ ਬਾਵਜੂਦ ਉਹ ਜਾਂਚ ਦੇ ਵਿੱਚ ਕਰੋਨਾ ਪੋਜ਼ਿਟਿਵ ਆ ਗਏ ਨੇ। ਲਖਨਊ ਦੇ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੇ ਪੁਸ਼ਟੀ ਕੀਤੀ ਹੈ ਕਿ ਡਾਕਟਰ ਨਿਤਨ ਮਿਸ਼ਰਾ ਕਰੋਨਾ ਪੋਜ਼ਿਟਿਵ ਮਿਲੇ ਨੇ। ਫਿਲਹਾਲ ਉਹ ਘਰ ਦੇ ਵਿੱਚ ਕੁਆਰੰਟੀਨ ਹੋਏ ਨੇ। ਡਾਕਟਰ ਮਿਸ਼ਰਾ ਨੇ ਦੋਵੇਂ ਖੁਰਾਕਾਂ ਲਈਆਂ ਸਨ, ਜਿਸ ਤੋਂ ਬਾਅਦ ਉਹਨਾਂ ਨੂੰ ਬੁਖਾਰ ਤੇ ਜ਼ੁਕਾਮ ਹੋਇਆ ਸੀ ਤੇ ਜਦੋਂ ਟੈਸਟ ਕਰਵਾਇਆ ਗਿਆ ਤਾਂ ਰਿਪੋਰਟ ਪੋਜ਼ਿਟਿਵ ਆ ਗਈ। ਡਾਕਟਰ SNS ਯਾਦਵ ਲਖਨਊ ਦੇ ਸਾਬਕਾ CMO ਤੇ ਮੌਜੂਦਾ ਸਮੇਂ ਹਿੰਦ ਮੈਡੀਕਲ ਕਾਲਜ ਦੇ ਵਿੱਚ ਸੇਵਾ ਨਿਭਾ ਰਹੇ ਨੇ। ਦਾ ਮੰਨਣਾ ਕਿ ਕਰੋਨਾ ਟੀਕੇ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਸਾਰੇ ਭੰਬਲ ਭੂਸੇ ਨੇ। ਡਾਕਟਰ ਯਾਦਵ ਨੇ ਕਿਹਾ ਕਿ ਟੀਕਿਆਂ ਦੀ ਸਫਲਤਾ ਦਰ ਸਿਰਫ 70 ਤੋਂ ਲੈ ਕੇ 75% ਹੈ। ਟੀਕਾਕਰਨ ਦੇਸ਼ ਭਰ ਦੇ ਵਿੱਚ ਵੱਡੇ ਪੱਧਰ ਤੇ ਚੱਲ ਰਿਹਾ। ਟੀਕਾਕਰਨ ਹਮੇਸ਼ਾ 100% ਪ੍ਰਭਾਵਸ਼ਾਲੀ ਨਹੀਂ ਹੁੰਦਾ। ਇਹਦੇ ਕਰਕੇ ਕਰੋਨਾ ਦੇ ਮਾਮਲੇ ਵਿੱਚ ਸਾਨੂੰ ਬਹੁਤ ਜ਼ਿਆਦਾ ਸਫਲਤਾ ਦਰ ਨਹੀਂ ਮੰਨਣੀ ਚਾਹੀਦੀ।
ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਵੈਕਸੀਨੇਸ਼ਨ ਤੋਂ ਬਾਅਦ ਕਰੋਨਾ ਪੋਜ਼ਿਟਿਵ ਹੋਣ ਦੇ ਪਿੱਛੇ 3 ਕਾਰਨ ਹੋ ਸਕਦੇ ਨੇ। ਜਿਹੜੇ ਵਿਅਕਤੀ ਨੂੰ ਟੀਕਾ ਲਾਇਆ ਗਿਆ ਉਹਦੇ ਵਿੱਚ ਇਮਿਊਨਿਟੀ ਬਹੁਤ ਘੱਟ ਹੋਵੇ ਤੇ ਟੀਕਾ ਲਵਾਉਣ ਤੋਂ ਬਾਅਦ ਵੀ ਕੋਈ ਐਂਟੀਬਾਡੀ ਨਾ ਬਣੀ ਹੋਵੇ। ਜਿਹੜੇ ਵਿਅਕਤੀ ਨੂੰ ਟੀਕਾ ਲਾਇਆ ਗਿਆ ਉਹਦੇ ਅੰਦਰ ਪ੍ਰਤੀਰੋਧੀ ਪ੍ਰਣਾਲੀ ਬਣੀ ਜ਼ਰੂਰ ਹੋਵੇ ਪਰ ਕਰੋਨਾ ਵਾਇਰਸ ਨੇ ਐਂਟੀਬਾਡੀਜ਼ ਨੂੰ ਦਬਾ ਦਿੱਤਾ ਹੋਵੇ। ਤੇ ਤੀਜੀ ਗੱਲ ਹੈ ਵੀ ਟੀਕਾਕਰਨ ਦੀ ਸਫਲਤਾ ਦਰ 70 ਤੋਂ ਲੈ ਕੇ 75% ਦੇ ਵਿਚਕਾਰ ਹੈ। ਇਸ ਕਰਕੇ ਮੰਨ ਲੈਣਾ ਚਾਹੀਦਾ ਵੀ ਕੁਝ ਵੀ ਹੋ ਸਕਦਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਹੜੇ ਲੋਕ ਵੀ ਇਹ ਸੋਚਦੇ ਆ ਮੇਰੇ ਵਰਗੇ ਕਿ ਜਦੋਂ ਕਰੋਨਾ ਦਾ ਟੀਕਾ ਲੱਗ ਗਿਆ ਦੋਵੇਂ ਡੋਜ਼ ਲੈ ਲਈਆਂ ਫਿਰ ਤੁਹਾਨੂੰ ਕੋਈ ਖਤਰਾ ਨਹੀਂ, ਫਿਰ ਤੁਸੀਂ ਭੀੜ ਦੇ ਵਿੱਚ ਜਾਓ, ਤੁਸੀਂ ਕਿਸੇ ਲਾਗ ਵਾਲੇ ਵਿਅਕਤੀ ਦੇ ਸੰਪਰਕ ਦੇ ਵਿੱਚ ਆ ਜਾਓ। ਇਸ ਖਬਰ ਦੇ ਮੁਤਾਬਕ ਇਸ ਡਾਕਟਰ ਦੀ ਰਿਪੋਰਟ ਦੇ ਮੁਤਾਬਕ 70 ਤੋਂ ਲੈ ਕੇ 75% ਤੱਕ ਹੀ ਇਹ ਟੀਕਾ ਕਾਰਗਰ ਆ। ਮਤਲਬ ਇਹ ਆ ਵੀ 25 ਤੋਂ ਲੈ ਕੇ 30% ਤੱਕ ਲੋਕ ਫਿਰ ਵੀ ਕਰੋਨਾ ਪੋਜ਼ਿਟਿਵ ਹੋ ਸਕਦੇ ਆ ਜੇਕਰ ਤੁਸੀਂ ਕਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਈਆਂ ਤਾਂ। ਫਿਰ ਬੰਦਾ ਜਿਹੜਾ ਵੀ ਦਵਾਈ ਲਊਗਾ, ਜਿਹੜਾ ਵੀ ਵੈਕਸੀਨ ਲਊਗਾ ਉਹ ਬਿਲਕੁਲ ਸੁਰਖਰੂ ਨਾ ਹੋਵੇ। ਇਹਨਾਂ ਦੇ ਕਹਿਣ ਦੇ ਮੁਤਾਬਕ ਉਹਨੂੰ ਵੀ ਖਤਰਾ ਬਰਕਰਾਰ ਹੈ ਕਿਉਂਕਿ ਸਾਨੂੰ ਤਾਂ ਪਤਾ ਹੀ ਨਹੀਂ ਵੀ ਸਾਡੇ ਸਰੀਰ ਦੇ ਵਿੱਚ ਐਂਟੀਬਾਡੀ ਬਣਦੀ ਕਿ ਨਹੀਂ ਬਣਦੀ। ਸਾਨੂੰ ਤਾਂ ਇੰਨਾ ਪਤਾ ਵੀ ਸਾਨੂੰ ਬੁਖਾਰ ਚੜ੍ਹ ਗਿਆ, ਹੁਣ ਬੁਖਾਰ ਉਤਰ ਗਿਆ, ਹੁਣ ਸਾਡਾ ਦਮ ਫੁੱਲਦਾ ਤੇ ਹੁਣ ਸਾਡਾ ਦਮ ਨਹੀਂ ਫੁੱਲਦਾ, ਹੁਣ ਸਾਨੂੰ ਖੰਘ ਲੱਗੀ ਹੈ ਤੇ ਹੁਣ ਸਾਨੂੰ ਨਹੀਂ ਲੱਗੀ। ਇਸ ਕਰਕੇ ਇਹ ਡਾਕਟਰੀ ਗੱਲਾਂ ਜਿਹੜੀਆਂ ਉਹ ਦੱਸਣ ਦੇ ਲਈ ਕਾਫੀ ਹੈ ਕਿ ਤੁਹਾਨੂੰ ਸੰਤੁਸ਼ਟ ਨਹੀਂ ਹੋਣਾ ਚਾਹੀਦਾ, ਤੁਹਾਨੂੰ ਸੁਰਖਰੂ ਨਹੀਂ ਹੋਣਾ ਚਾਹੀਦਾ ਕਿ ਮੈਂ ਭਾਈ ਡੋਜ਼ ਲੈ ਲਈ ਹੈ ਤੇ ਹੁਣ ਕੋਈ ਪਰਵਾਹ ਨਹੀਂ, ਹੁਣ ਮੈਂ ਜਿਹਦੇ ਮਰਜ਼ੀ ਸੰਪਰਕ ਦੇ ਵਿੱਚ ਆਵਾਂ। ਮੈਂ ਇੱਕ ਨਿੱਜੀ ਉਦਾਹਰਨ ਦਿੰਦਾ। ਮੇਰਾ ਇੱਕ ਦੋਸਤ ਆ, ਉਹਨੂੰ ਲਗਭਗ 15 ਦਿਨ ਪਹਿਲਾਂ ਬਹੁਤ ਖਤਰਨਾਕ ਬੁਖਾਰ ਚੜਿਆ, 103 104 ਡਿਗਰੀ ਤੱਕ ਪਹੁੰਚ ਗਿਆ। ਉਹਦਾ ਸਰੀਰ ਕੰਬਣ ਲੱਗ ਪਿਆ, ਉਹਦਾ ਸਰੀਰ ਆ ਜਿਹੜਾ ਬਿਲਕੁਲ ਨਿਢਾਲ ਹੋ ਗਿਆ। ਆਪਾਂ ਸਮਝ ਸਕਦੇ ਵੀ 104 ਤੱਕ ਬੁਖਾਰ ਪਹੁੰਚਿਆ ਹੋਵੇ ਬੰਦੇ ਦਾ ਹਾਲ ਕੀ ਹੁੰਦਾ ਹੋਊਗਾ। ਉਹਨੂੰ ਇਉਂ ਲੱਗਾ ਜੀ ਕਿ ਮੇਰੇ ਵਿੱਚ ਸਾਰੇ ਕਰੋਨਾ ਦੇ ਲੱਛਣ ਆ ਗਏ ਆ। ਉਹਨੂੰ ਸਮੈਲ ਵੀ ਉਹਨੂੰ ਘਟ ਗਈ, ਉਹਨੂੰ ਲੱਗਾ ਮੇਰਾ ਦਮ ਵੀ ਫੁੱਲ ਰਿਹਾ, ਉਹਦਾ ਸਰੀਰ ਬਿਲਕੁਲ ਡਿੱਕ ਡੋਲੇ ਖਾਂਦਾ ਸੀ। ਉਹਨੇ ਆਪਣੀ ਘਰਵਾਲੀ ਨੂੰ ਇਹ ਗੱਲ ਕਹੀ ਕਿ ਭਗਵਾਨ ਨੇ ਮੈਨੂੰ ਹਸਪਤਾਲ ਲੈ ਚੱਲ, ਮੇਰਾ ਕੰਮ ਹੋ ਗਿਆ, ਮੈਨੂੰ ਕਰੋਨਾ ਨੇ ਜਕੜ ਲਿਆ ਤੇ ਮੇਰਾ ਬਚਾਅ ਹੋ ਜੇ ਤੇ ਛੇਤੀ ਛੇਤੀ ਮੈਨੂੰ ਹਸਪਤਾਲ ਲੈ ਚੱਲੋ। ਉਹ ਨਾਲ ਗੱਡੀ ਦੇ ਵਿੱਚ ਬਿਠਾ ਕੇ ਤੇ ਡਾਕਟਰ ਦੇ ਲੈ ਗਈ। ਡਾਕਟਰ ਨੇ ਕੀਤਾ ਉਹਦਾ ਟੈਸਟ ਪਰ ਉਹਦਾ ਕਰੋਨਾ ਟੈਸਟ ਨੈਗੇਟਿਵ ਆਇਆ। ਫਿਰ ਉਹਨੇ ਘਰਵਾਲੀ ਦਾ ਟੈਸਟ ਕਰਵਾਇਆ ਤੇ ਘਰਵਾਲੀ ਦਾ ਟੈਸਟ ਪੋਜ਼ਿਟਿਵ ਆ ਗਿਆ। ਜਿਹੜੀ ਘਰਵਾਲੀ ਨੂੰ ਕੋਈ ਬੁਖਾਰ ਨਹੀਂ ਚੜਿਆ, ਜਿਹੜੀ ਔਰਤ ਨੂੰ ਕੋਈ ਖੰਘ ਨਹੀਂ, ਕੋਈ ਸਮੱਸਿਆ ਨਹੀਂ, ਉਹ ਪੋਜ਼ਿਟਿਵ ਆ। ਜਿਹਨੂੰ ਬੁਖਾਰ ਸਿਖਰ ਦੇ ਉੱਤੇ ਉਹ ਨੈਗੇਟਿਵ ਆ। ਸੋ ਮੇਰਾ ਦੋਸਤ ਆ ਜਿਹੜਾ ਉਹ ਤਾਂ ਅਗਲੇ ਦਿਨ ਠੀਕ ਹੋ ਗਿਆ, ਉਹਦਾ ਬੁਖਾਰ ਉਤਰ ਗਿਆ, ਪਰ ਜਿਹਦੇ ਵਿੱਚ ਕੋਈ ਲੱਛਣ ਨਹੀਂ ਦਿਖਾਈ ਦਿੱਤਾ ਉਹਦੀ 14 ਦਿਨ ਘਰ ਦੇ ਵਿੱਚ ਦੇਖ ਰੇਖ ਵੀ ਕਰਨੀ ਪਈ ਹੈ, ਉਹਨੂੰ ਕਮਰੇ ਦੇ ਵਿੱਚ ਬੰਦ ਵੀ ਰੱਖਣਾ ਪਿਆ। ਯਾਨੀ ਕਿ ਜੇਕਰ ਤੁਹਾਡੇ ਵਿੱਚ ਲੱਛਣ ਹੀ ਹੈ ਨਹੀਂ, ਮੈਨੂੰ ਇਉਂ ਲੱਗਦਾ ਵੀ ਜੇਕਰ ਤੁਸੀਂ ਜਾਂ ਮੈਂ ਵੀ ਟੈਸਟ ਕਰਵਾਵਾਂ ਤੇ ਸ਼ਾਇਦ ਹੋ ਸਕਦਾ ਕੱਲ੍ਹ ਨੂੰ ਆਪਾਂ ਵੀ ਕਰੋਨਾ ਪੋਜ਼ਿਟਿਵ ਨਿਕਲ ਗਏ। ਸੋ ਕੁਝ ਵੀ ਆਉਂਦੇ ਸਮੇਂ ਦੇ ਵਿੱਚ ਦੱਸਿਆ ਜਾ ਸਕਦਾ, ਪਰ ਫਿਰ ਵੀ ਸਾਡੀ ਬੇਨਤੀ ਹੈ ਕਿ ਕਰੋਨਾ ਨੂੰ ਤੁਸੀਂ ਬਿਲਕੁਲ ਮਜ਼ਾਕੀਆ ਤੌਰ ਦੇ ਉੱਤੇ ਨਾ ਲਵੋ। ਕਰੋਨਾ ਹੈ ਜਾਂ ਨਹੀਂ ਹੈ ਆਪਾਂ ਇਸ ਪੰਗੇ ਦੇ ਵਿੱਚ ਨਾ ਪਈਏ। ਰੌਲਾ ਬਸ ਇਹ ਆ ਕਿ ਲੋਕਾਂ ਦੀ ਸ਼ੰਕਾ ਨਿਵਰਤੀ ਕੀਤੀ ਜਾਵੇ। ਰੌਲਾ ਇਹ ਹੈ ਕਿ ਸਾਰੇ ਮਸਲਿਆਂ ਦੇ ਉੱਤੇ ਇੱਕੋ ਜਿਹੇ ਨਿਯਮ ਬਣਨੇ ਚਾਹੀਦੇ ਆ। ਸੋਚਣਾ ਇਹ ਚਾਹੀਦਾ ਵੀ ਅਸੀਂ ਰੈਲੀਆਂ ਦੀ ਆਗਿਆ ਕਿਉਂ ਦਿੰਦੇ ਆ। ਹੁਣ ਵੀ ਤਾਂ ਇਹ ਗੱਲ ਕਹੀ ਜਾ ਰਹੀ ਹੈ ਕਾਂਗਰਸ ਦੇ ਆਗੂਆਂ ਦੇ ਵੱਲੋਂ ਵੀ ਕੇਜਰੀਵਾਲ ਨੇ ਇੱਥੇ ਆ ਕੇ ਇਕੱਠ ਕਰਕੇ ਬਹੁਤ ਵੱਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਆ ਕਰੋਨਾ ਦੇ ਮਾਮਲੇ 'ਚ ਪੰਜਾਬ ਦਾ। ਤੇ ਜੇਕਰ ਤੁਸੀਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਨੂੰ ਬੰਦ ਕਰਵਾ ਸਕਦੇ ਆ ਤਾਂ ਫਿਰ ਰੈਲੀ ਧੱਕੇ ਨਾਲ ਥੋੜ੍ਹੀ ਹੋਗੀ। ਰੈਲੀ ਦੇ ਬਾਰੇ ਵੀ ਆਪ ਜੀ ਨੂੰ ਜਾਣਕਾਰੀ ਸੀ। ਜੇਕਰ ਤੁਸੀਂ ਇਹ ਗੱਲ ਕਹਿ ਸਕਦੇ ਆ ਵੀ ਭਾਈ ਫਲਾਣੀ ਥਾਂ ਦੇ ਉੱਤੇ ਅਸੀਂ ਪਾਬੰਦੀ ਲਾਤੀ ਆ, ਫਲਾਣੀ ਥਾਂ ਦੇ ਉੱਤੇ 20 ਤੋਂ ਵੱਧ ਲੋਕ ਨਹੀਂ ਇਕੱਠੇ ਹੋ ਸਕਦੇ ਸਮਾਜਿਕ ਸਮਾਗਮ ਦੇ ਵਿੱਚ, ਫਿਰ ਰੈਲੀਆਂ ਦੇ ਵਿੱਚ ਇਕੱਠ ਇੰਨਾ ਵੱਡਾ ਕਿਉਂ ਹੋ ਜਾਂਦਾ। ਪ੍ਰਸ਼ਾਂਤ ਕਿਸ਼ੋਰ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿੱਛੇ ਜੇ 1 ਰੁਪਈਆ ਤਨਖਾਹ ਦੇ ਉੱਤੇ ਰੱਖੇ ਆ, ਨੀਤੀ ਘਾੜੇ ਬਣਾਏ ਆ ਆਪਣੀ ਪਾਰਟੀ ਦੇ, ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੇ ਕਾਂਗਰਸ ਦਾ ਪਾਰ ਉਤਾਰਾ 2022 ਦੇ ਵਿੱਚ ਵੀ ਕਰਨਾ ਜਿਵੇਂ 17 ਦੇ ਵਿੱਚ ਕੀਤਾ। ਉਹਨਾਂ ਦੇ ਵੱਲੋਂ ਕਾਂਗਰਸ ਦੇ ਵਿਧਾਇਕਾਂ ਦੇ ਨਾਲ 2-2 3-3 ਦਾ ਗਰੁੱਪ ਬਣਾ ਕੇ ਮੀਟਿੰਗਾਂ ਕੀਤੀਆਂ ਗਈਆਂ। ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਮੀਟਿੰਗਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਕੀਤੇ ਗਏ ਆ ਚੁਣੇ ਹੋਏ ਵਿਧਾਇਕਾਂ ਨੂੰ। ਜਿਹੜੇ ਪਹਿਲੀ ਵਾਰ ਵਿਧਾਇਕ ਬਣੇ ਕਾਂਗਰਸ ਦੇ ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ। ਪੁੱਛਿਆ ਗਿਆ ਵੀ ਭਾਈ ਤੁਹਾਡੇ ਹਲਕੇ ਦੇ ਵਿੱਚ ਕੀ ਹੈ, ਪੁੱਛਿਆ ਗਿਆ ਵੀ ਭਾਈ ਉੱਥੇ ਕਿਹੜੀ ਵੋਟ ਆ, ਕਿਵੇਂ ਉਹ ਪ੍ਰਭਾਵਿਤ ਹੁੰਦੀ ਹੈ, ਕੀ ਗੱਲ ਹੈ ਕੀ ਨਹੀਂ ਹੈ। ਅਸੀਂ ਇੱਕ ਵਿਧਾਇਕ ਦੇ ਨਾਲ ਗੱਲ ਕੀਤੀ ਜਿਹਦੀ ਇਸ ਵਕਤ ਮੀਟਿੰਗ ਹੋਈ ਹੈ। ਉਹਨੇ ਇਹ ਦੱਸਿਆ ਜੀ ਕਿ ਪ੍ਰਸ਼ਾਂਤ ਕਿਸ਼ੋਰ ਨੇ ਸਾਨੂੰ ਪੁੱਛਿਆ ਵੀ ਤੁਸੀਂ ਕਿੰਨੇ ਫੀਸਦੀ ਕੰਮ ਕਰ ਲਏ, ਤੁਹਾਡੇ ਹਲਕੇ ਦੇ ਵਿੱਚ ਕਿੰਨੇ ਫੀਸਦੀ ਕੰਮ ਲਟਕ ਰਹੇ ਆ। ਪਰ ਇਸ ਗੱਲ ਦੇ ਉੱਤੇ ਬਹੁਤ ਵੱਡਾ ਕਟਾਕਸ਼ ਕੀਤਾ ਹੈਗਾ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ। ਉਹਨਾਂ ਨੇ ਕਿਹਾ ਜੀ ਕਿ ਇਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨਹੀਂ, ਇਹ ਪੰਜਾਬ ਪ੍ਰਦੇਸ਼ ਕਾਰਪੋਰੇਟ ਕਮੇਟੀ ਬਣ ਚੁੱਕੀ ਹੈ ਕਿਉਂਕਿ ਸੁਨੀਲ ਜਾਖੜ ਹੋਰੀ ਕਾਂਗਰਸ ਦੇ ਪ੍ਰਧਾਨ ਆ। ਉਹਨਾਂ ਦੇ ਨਾਲ ਤਾਂ ਵਿਧਾਇਕਾਂ ਦੀ ਮੀਟਿੰਗ ਹੋ ਨਹੀਂ ਰਹੀ ਤੇ ਪ੍ਰਸ਼ਾਂਤ ਕਿਸ਼ੋਰ ਨਾਲ ਮੀਟਿੰਗਾਂ ਕਰਵਾਈਆਂ ਜਾ ਰਹੀਆਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਬਾਅਦ ਵਿੱਚ ਕਰਾਂਗੇ ਟਿੱਪਣੀ। ਪ੍ਰਸ਼ਾਂਤ ਕਿਸ਼ੋਰ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਿਪਾਹ ਸਲਾਰ ਬਣੇ ਨੇ, ਉਹਨਾਂ ਦੇ ਵੱਲੋਂ ਇਸ ਵਕਤ ਵਿਧਾਇਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਅੱਗੇ ਤੋਂ ਜਿੱਤਣ ਦਾ ਮੰਤਰ ਦਿੱਤਾ ਜਾ ਰਿਹਾ। ਇਹ ਵੀ ਪਤਾ ਲੱਗਾ ਕਿ ਪ੍ਰਸ਼ਾਂਤ ਕਿਸ਼ੋਰ ਨੇ ਪੁੱਛਿਆ ਕਿ ਤੁਹਾਡੇ ਹਲਕਿਆਂ ਦੇ ਵਿੱਚ ਕਿਹੜੀ ਵੋਟ ਕਿਵੇਂ ਪ੍ਰਭਾਵਿਤ ਹੁੰਦੀ ਹੈ ਤੇ ਕਿਹੜੇ ਭਾਈਚਾਰੇ ਦੀ ਕਿੰਨੀ ਜ਼ਿਆਦਾ ਵੋਟ ਹੈ।
ਤੁਹਾਡੇ ਖੇਤਰ ਦੇ ਵਿੱਚ ਪੇਂਡੂ ਵੋਟ ਵੱਧ ਹੈ ਕਿ ਸ਼ਹਿਰੀ ਵੋਟ ਵੱਧ ਹੈ, ਸ਼ਹਿਰੀ ਸਮੱਸਿਆਵਾਂ ਕੀ ਨੇ ਤੇ ਪੇਂਡੂ ਸਮੱਸਿਆਵਾਂ ਕੀ ਨੇ, ਤੇ ਉਹਨਾਂ ਸਮੱਸਿਆਵਾਂ ਦਾ ਹੱਲ ਕਿਵੇਂ ਹੋਣਾ ਚਾਹੀਦਾ ਹੈ। ਦੱਸਣਾ ਬਣਦਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਤੋਂ ਪਹਿਲਾਂ ਹੀ ਕਹਿ ਚੁੱਕੇ ਨੇ ਕਿ 85% ਅਸੀਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰ ਦਿੱਤੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਦੀਆਂ ਮੀਟਿੰਗਾਂ ਚੱਲ ਰਹੀਆਂ ਤੇ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਹੁੰਦੇ ਆ। 85% ਦੀ ਵਾਅਦੇ ਕੈਪਟਨ ਸਾਹਿਬ ਕਹਿੰਦੇ ਅਸੀਂ ਪੂਰੇ ਕਰਤੇ, ਸਿਰਫ 15 ਰਹਿ ਗਏ ਆ, ਉਹ ਵੀ ਕਰ ਦਿਆਂਗੇ। ਪਰ ਪ੍ਰਸ਼ਾਂਤ ਕਿਸ਼ੋਰ ਕੈਬਨਿਟ ਦਾ ਰੈਂਕ ਲੈ ਕੇ 1 ਰੁਪਈਆ ਤਨਖਾਹ ਦੇ ਉੱਤੇ ਜਿਸ ਤਰੀਕੇ ਨਾਲ ਮੀਟਿੰਗਾਂ ਕਰ ਰਹੇ ਆ, ਉਹਦੇ ਕਰਕੇ ਵਿਰੋਧੀ ਧਿਰਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਕੀਤੇ ਗਏ ਆ। ਉਸ ਤੋਂ ਅਗਲੀ ਗੱਲ ਇਹ ਹੈ ਵੀ ਕੀ ਹਲਕਿਆਂ ਦੇ ਵਿਧਾਇਕ ਆਪ ਵਿਚਰਦੇ ਨਹੀਂ, ਜਾਂ ਹਲਕਿਆਂ ਦੇ ਵਿਧਾਇਕਾਂ ਨੂੰ ਕੀ ਆਪ ਕੰਮ ਕਰਨ ਦਾ ਪਤਾ ਨਹੀਂ, ਜਾਂ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਅਸੀਂ ਲੋਕਾਂ ਦੇ ਵਿੱਚ ਕਿਵੇਂ ਜਾ ਕੇ ਆਪਣੇ ਵੱਲ ਕਿਵੇਂ ਲੋਕਾਂ ਨੂੰ ਖਿੱਚਣਾ। ਇਹਦੇ ਕਰਕੇ ਪ੍ਰਸ਼ਾਂਤ ਕਿਸ਼ੋਰ ਦਾ ਸਹਾਰਾ ਲਿਆ ਜਾ ਰਿਹਾ। ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਤੇ ਅਕਾਲੀ ਦਲ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਸੁਪਨੇ ਵੇਚਣ ਦਾ ਕਾਰੋਬਾਰ ਪ੍ਰਸ਼ਾਂਤ ਕਿਸ਼ੋਰ ਹੋਰੀ ਪਹਿਲਾਂ ਵੀ ਕਰਦੇ ਆਏ ਆ, ਪਿਛਲੀ ਵਾਰ ਵੀ ਕੀਤਾ 17 ਦੇ ਵਿੱਚ, ਐਤਕੀ ਫਿਰ ਉਹ ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਕਰਨਗੇ। ਬਾਕੀ ਵਕਤ ਦੱਸੂਗਾ, ਸਾਲ ਇੱਕ ਪਿਆ ਲਗਭਗ ਹਾਲੇ, ਉਦੋਂ ਤੱਕ ਬਹੁਤ ਕੁਝ ਬਦਲਣਾ। ਕਈ ਚੰਗੇ ਲੋਕ ਮਾੜੇ ਲੱਗਣ ਲੱਗ ਜਾਣੇ ਤੇ ਕਈ ਮਾੜੇ ਲੋਕਾਂ ਦੀਆਂ ਅੱਖਾਂ ਦੇ ਤਾਰੇ ਵੀ ਬਣਨੇ ਹਾਲੇ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।